हाँ जी, सत श्री अकाल जी सारिਆਂ ਨੂੰ। ਅੱਜ ਆਪਾਂ ਗੱਲ ਕਰਾਂਗੇ ਸਿੱਖ ਕੌਮ ਦੇ ਉਸ ਮਹਾਨ ਸੂਰਮੇ ਦੀ ਜਿਨ੍ਹਾਂ ਦੀ ਅਗਵਾਈ ਹੇਠ ਸਿੱਖਾਂ ਨੇ ਅੱਜ ਤੱਕ ਦਾ ਸਭ ਤੋਂ ਚੰਗਾ ਤੇ ਸਭ ਤੋਂ ਮਾੜਾ ਹਰ ਤਰ੍ਹਾਂ ਦਾ ਦੌਰ ਵੇਖਿਆ। ਇੱਕ ਉਹ ਦੌਰ ਵੀ ਸੀ ਜਦੋਂ ਵੱਡੇ ਘੱਲੂਘਾਰੇ ਦੌਰਾਨ ਅੱਧੀ ਸਿੱਖ ਕੌਮ ਨੂੰ ਇੱਕੋ ਦਿਨ ਵਿੱਚ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਇੱਕ ਉਹ ਦੌਰ ਵੀ ਸੀ ਜਦੋਂ ਸਿੱਖਾਂ ਨੇ ਦਿੱਲੀ ਫਤਿਹ ਕਰਕੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਝੁਲਾ ਦਿੱਤਾ ਸੀ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਹਲੇਮੀ ਰਾਜ ਸਥਾਪਿਤ ਕਰਨ ਦੀ ਵਿਚਾਰਧਾਰਾ ਨੂੰ ਇੰਨੀ ਪ੍ਰਪੱਕਤਾ ਨਾਲ ਪ੍ਰਚਾਰਿਆ ਕਿ ਸਿੱਖ ਜਗਤ ਉਹਨਾਂ ਨੂੰ ਕਿਸੇ ਖਿੱਤੇ ਜਾਂ ਰਿਆਸਤ ਤੋਂ ਉੱਪਰ ਉੱਠ ਕੇ ਸੁਲਤਾਨ ਉਲ ਕੌਮ ਦੇ ਖਿਤਾਬ ਨਾਲ ਨਵਾਜ਼ਦਾ ਹੈ। ਤੁਸੀਂ ਸੁਲਤਾਨ ਉਲ ਦਿੱਲੀ ਸੁਣਿਆ ਹੋਊਗਾ, ਬਾਦਸ਼ਾਹੀ ਹਿੰਦੁਸਤਾਨ ਸੁਣਿਆ ਹੋਊਗਾ, ਪਰ ਸੁਲਤਾਨ ਉਲ ਕੌਮ ਸਿਰਫ ਤੇ ਸਿਰਫ ਸਰਦਾਰ ਜੱਸਾ ਸਿੰਘ ਅੱਲੂਵਾਲੀਆ ਦੇ ਨਾਮ ਨਾਲ ਹੀ ਲੱਗਦਾ ਹੈ। ਜੇ ਤੁਸੀਂ ਗੂਗਲ ਤੇ ਸਰਚ ਕਰੋਗੇ ਸਰਦਾਰ ਜੱਸਾ ਸਿੰਘ ਅੱਲੂਵਾਲੀਆ ਤਾਂ ਜਿਹੜੀਆਂ ਤਸਵੀਰਾਂ ਸਾਹਮਣੇ ਆਉਣਗੀਆਂ ਉਹਨਾਂ ਸਭ ਵਿੱਚ ਸਰਦਾਰ ਸਾਹਿਬ ਦੀ ਚਿੱਟੀ ਦਾੜੀ ਦਿਖਾਈ ਗਈ ਹੈ, ਜਦਕਿ ਸਰਦਾਰ ਸਾਹਿਬ ਸਿਰਫ 28 ਸਾਲ ਦੀ ਉਮਰ ਵਿੱਚ ਹੀ ਖਾਲਸੇ ਦੇ ਜਰਨੈਲ ਬਣ ਗਏ ਸਨ। मतलब कि ਅਸੀਂ ਸਰਦਾਰ ਜੱਸਾ ਸਿੰਘ ਅੱਲੂਵਾਲੀਆ ਦੇ ਜੀਵਨ ਦੇ ਸਿਰਫ ਇੱਕੋ ਪੱਖ ਨੂੰ ਹੀ ਉਭਾਰਨ ਦੀ ਕੋਸ਼ਿਸ਼ ਕੀਤੀ ਹੈ ਕਿ ਬਸ ਉਹ ਇੱਕ ਬੜੇ ਮਹਾਨ ਯੋਧੇ ਤੇ ਜਰਨੈਲ ਸਨ, ਪਰ ਇਸ ਤੋਂ ਇਲਾਵਾ ਵੀ ਉਹਨਾਂ ਦੀ ਸ਼ਖਸੀਅਤ ਦੇ ਬਹੁਤ ਇਹੋ ਜਿਹੇ ਪਹਿਲੂ ਸਨ ਜਿਨ੍ਹਾਂ ਨੂੰ ਕਦੇ ਫਰੋਲਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਗਈ। ਕਦੀ ਇਹ ਨਹੀਂ ਵਿਖਾਇਆ ਗਿਆ ਕਿ ਉਹ ਖਾਲਸੇ ਦੀ ਮਾਤਾ ਸਾਹਿਬ ਕੌਰ ਜੀ ਨਾਲ 10 ਸਾਲ ਦੀ ਉਮਰ ਵਿੱਚ ਦੀਵਾਨ ਵਿੱਚ ਬਹਿ ਕੇ ਕੀਰਤਨ ਕਰਿਆ ਕਰਦੇ ਸਨ। ਕਦੀ ਇਹ ਨਹੀਂ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੀ ਸਮਝਦਾਰੀ ਦੇ ਦਮ ਤੇ ਮਿਸਲਾਂ ਦੀਆਂ ਭਰਾਮਾਰੂ ਜੰਗਾਂ ਵਿੱਚ ਸੈਂਕੜੇ ਸ਼ਹੀਦੀਆਂ ਹੋਣ ਤੋਂ ਬਚਾ ਲਈਆਂ। ਨਾਲ ਹੀ ਗੱਲ ਕਰਾਂਗੇ ਉਸ ਗੁਮਨਾਮ ਇਤਿਹਾਸ ਦੀ ਜਦੋਂ ਹਿੰਦੁਸਤਾਨ ਦੀਆਂ ਤਗੜੀਆਂ ਤੋਂ ਤਗੜੀਆਂ ਰਿਆਸਤਾਂ ਨੂੰ ਰੋਲਣ ਵਾਲਾ ਅਬਦਾਲੀ ਸਿੱਖਾਂ ਨਾਲ ਟੱਕਰ ਲੈਣ ਤੋਂ ਡਰਦਾ ਜੰਗੇ ਮੈਦਾਨ ਛੱਡ ਕੇ ਭੱਜ ਗਿਆ ਸੀ। ਪਰ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਸਿੱਖ ਇਤਿਹਾਸ ਨਾਲ ਜੁੜੇ ਇਸ ਤਰ੍ਹਾਂ ਦੇ ਸ਼ਾਨਦਾਰ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ। ਸਰਦਾਰ ਜੱਸਾ ਸਿੰਘ ਅੱਲੂਵਾਲੀਆ ਦਾ ਜਨਮ 3 ਮਈ 1718 ਨੂੰ ਆਲੂ ਪਿੰਡ ਡਿਸਟ੍ਰਿਕਟ ਲਾਹੌਰ ਵਿਖੇ ਹੋਇਆ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕਈ ਜੰਗਾਂ ਵਿੱਚ ਭਾਗ ਲੈਣ ਵਾਲੇ ਸਰਦਾਰ ਜੱਸਾ ਸਿੰਘ ਅੱਲੂਵਾਲੀਆ ਦੇ ਪਿਤਾ ਜੀ ਸਰਦਾਰ ਬਦਰ ਸਿੰਘ ਜੀ ਉਸ ਸਮੇਂ ਅਕਾਲ ਚਲਾਣਾ ਕਰ ਗਏ ਜਦੋਂ ਇਹਨਾਂ ਦੀ ਉਮਰ ਸਿਰਫ 4 ਸਾਲ ਦੀ ਸੀ ਤੇ ਹੁਣ ਸਿਰਫ ਉਹਨਾਂ ਦੇ ਮਾਤਾ ਜੀ ਨੇ ਹੀ ਉਹਨਾਂ ਨੂੰ ਪਾਲ ਪੋਸ ਕੇ ਵੱਡਾ ਕੀਤਾ, ਜੋ ਕਿ ਪੂਰੀ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਹੋਏ ਸਨ। ਸੋ ਆਪਣੇ ਪੁੱਤਰ ਨੂੰ ਵੀ ਉਹਨਾਂ ਨੇ ਬਚਪਨ ਤੋਂ ਹੀ ਗੁਰੂ ਚਰਨਾਂ ਨਾਲ ਜੋੜ ਕੇ ਗੁਰੂਆਂ ਦੇ ਇਤਿਹਾਸ, ਸਿੱਖੀ ਸਿਧਾਂਤ ਅਤੇ ਗੁਰਬਾਣੀ ਕੀਰਤਨ ਦੀ ਸਿੱਖਿਆ ਦਿੱਤੀ। ਉਹ ਵੀ ਉਸ ਸਮੇਂ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਹੋਏ ਸਨ। ਲਾਲਚੀ ਦਰਿੰਦੇ ਹਰ ਸਮੇਂ ਸਿੱਖਾਂ ਦਾ ਸ਼ਿਕਾਰ ਕਰਨ ਨੂੰ ਫਿਰਦੇ ਸਨ ਤੇ ਕਿੰਨੇ ਅਫਸੋਸ ਦੀ ਗੱਲ ਹੈ ਕਿ ਇਹੋ ਜਿਹੀ ਮਹਾਨ ਮਾਤਾ ਦਾ ਨਾਮ ਤੱਕ ਅਸੀਂ ਇਤਿਹਾਸ ਵਿੱਚ ਸਾਂਭ ਕੇ ਨਹੀਂ ਰੱਖ ਸਕੇ। ਘਰ ਵਿੱਚ ਮਾਤਾ ਦੇ ਸਿਖਾਏ ਇਸੇ ਕੀਰਤਨ ਦੀ ਗੁਰ ਨੇ ਹੀ ਅੱਗੇ ਚੱਲ ਕੇ ਸਰਦਾਰ ਜੱਸਾ ਸਿੰਘ ਅੱਲੂਵਾਲੀਆ ਦੀ ਪੂਰੀ ਲਾਈਫ ਚੇਂਜ ਕਰ ਦਿੱਤੀ। ਉਹਨਾਂ ਦਿਨਾਂ ਵਿੱਚ ਖਾਲਸੇ ਦੀ ਮਾਤਾ ਸਾਹਿਬ ਕੌਰ ਜੀ ਦਿੱਲੀ ਵਿੱਚ ਰਹਿੰਦੇ ਸਨ ਤੇ ਸੰਗਤਾਂ ਅਕਸਰ ਉਹਨਾਂ ਦੇ ਦਰਸ਼ਨ ਕਰਨ ਜਾਇਆ ਕਰਦੀਆਂ ਸਨ। ਇਸੇ ਤਰ੍ਹਾਂ ਹੀ ਇੱਕ ਵਾਰ ਬਾਲਕ ਜੱਸਾ ਸਿੰਘ ਅੱਲੂਵਾਲੀਆ ਆਪਣੀ ਮਾਤਾ ਨਾਲ ਸੰਗਤਾਂ ਦੇ ਜੱਥੇ ਵਿੱਚ ਮਾਤਾ ਸਾਹਿਬ ਕੌਰ ਜੀ ਦੇ ਦਰਸ਼ਨ ਕਰਨ ਗਏ। ਉੱਥੇ ਜਦ ਉਹਨਾਂ ਨੇ ਆਸਾ ਦੀ ਵਾਰ ਦਾ ਕੀਰਤਨ ਕਰਕੇ ਸੁਣਾਇਆ ਤਾਂ ਮਾਤਾ ਸਾਹਿਬ ਕੌਰ ਜੀ ਇੰਨੇ ਜ਼ਿਆਦਾ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਮਾਤਾ ਸਮੇਤ ਜੱਸਾ ਸਿੰਘ ਨੂੰ ਆਪਣੇ ਕੋਲ ਦਿੱਲੀ ਵਿੱਚ ਹੀ ਰੱਖ ਲਿਆ। ਮਾਤਾ ਜੀ ਨੇ ਜੱਸਾ ਸਿੰਘ ਦੀ ਸਿੱਖਿਆ ਦਾ ਖਾਸ ਇੰਤਜ਼ਾਮ ਕਰਵਾਇਆ ਤੇ ਉੱਥੇ ਰਹਿ ਕੇ ਹੀ ਜੱਸਾ ਸਿੰਘ ਨੇ ਉਰਦੂ, ਫਾਰਸੀ, ਹਿੰਦੀ, ਗਣਿਤ ਆਦਿ ਕਈ ਤਰ੍ਹਾਂ ਦੀ ਸਿੱਖਿਆ ਲਈ ਤੇ ਮਾਤਾ ਜੀ ਦੇ ਕਹਿਣ ਤੇ ਹੀ ਸਰਦਾਰ ਜੱਸਾ ਸਿੰਘ ਅੱਲੂਵਾਲੀਆ ਨੂੰ ਗੁਰਬਾਣੀ ਦੀ ਸੰਥਿਆ ਆਪ ਭਾਈ ਮਨੀ ਸਿੰਘ ਜੀ ਨੇ ਸਿਖਾਈ ਸੀ। ਬਾਲਕ ਜੱਸਾ ਸਿੰਘ ਹਰ ਰੋਜ਼ ਮਾਤਾ ਸਾਹਿਬ ਕੌਰ ਜੀ ਨਾਲ ਸਵੇਰ ਦੇ ਦੀਵਾਨਾਂ ਵਿੱਚ ਕੀਰਤਨ ਕਰਿਆ ਕਰਦੇ ਸਨ। ਸਰਦਾਰ ਜੱਸਾ ਸਿੰਘ ਅੱਲੂਵਾਲੀਆ ਦੇ ਮਾਮਾ ਜੀ ਭਾਗ ਸਿੰਘ ਜੀ ਅੱਲੂਵਾਲੀਆ ਦੇ ਘਰ ਕੋਈ ਔਲਾਦ ਨਹੀਂ ਸੀ, ਸੋ ਉਹਨਾਂ ਨੇ ਦਿੱਲੀ ਆ ਕੇ ਜੱਸਾ ਸਿੰਘ ਤੇ ਉਹਨਾਂ ਦੀ ਮਾਤਾ ਜੀ ਨੂੰ ਲਿਜਾਣ ਲਈ ਇਜਾਜ਼ਤ ਮੰਗੀ। ਪਹਿਲਾਂ ਤਾਂ ਮਾਤਾ ਸਾਹਿਬ ਕੌਰ ਜੀ ਨੇ ਸਾਫ਼ ਮਨਾ ਕਰ ਦਿੱਤਾ, ਪਰ ਵਾਰ-ਵਾਰ ਬੇਨਤੀ ਕਰਨ ਤੇ ਉਹਨਾਂ ਨੇ ਕਈ ਤਰ੍ਹਾਂ ਦੇ ਸ਼ਸਤਰ ਤੇ ਤੋਹਫੇ ਭੇਟਾ ਕਰਕੇ ਜੱਸਾ ਸਿੰਘ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ। ਭਾਗ ਸਿੰਘ ਦੀ ਨਵਾਬ ਕਪੂਰ ਸਿੰਘ ਜੀ ਹੁਣਾਂ ਨਾਲ ਕਾਫੀ ਨੇੜਤਾ ਸੀ, ਜੋ ਉਸ ਸਮੇਂ ਦੇ ਹਾਲਾਤਾਂ ਕਰਕੇ ਸਿੱਖਾਂ ਨਾਲ ਜੰਗਲਾਂ ਵਿੱਚ ਰਹਿੰਦੇ ਸਨ। ਇੱਕ ਦਿਨ ਜਦੋਂ ਨਵਾਬ ਕਪੂਰ ਸਿੰਘ ਜੀ ਭਾਗ ਸਿੰਘ ਨੂੰ ਮਿਲਣ ਉਹਨਾਂ ਦੇ ਘਰ ਆਏ ਤਾਂ ਜੱਸਾ ਸਿੰਘ ਦੇ ਗੁਣਾਂ ਨੇ ਉਹਨਾਂ ਨੂੰ ਮੋਹ ਲਿਆ। ਉਹ ਵੀ ਜਿੱਦ ਕਰਨ ਲੱਗ ਪਏ ਕਿ ਜੱਸਾ ਸਿੰਘ ਨੂੰ ਉਹਨਾਂ ਨੇ ਆਪਣੇ ਨਾਲ ਹੀ ਲਿਜਾਣਾ ਹੈ। ਸੋਚੋ ਕਿਹੋ ਜਿਹੀ ਸ਼ਖਸੀਅਤ ਹੋਊਗੀ ਉਸ ਬੱਚੇ ਦੀ ਜੋ ਕੌਮ ਤੇ ਸਮਾਜ ਦੀਆਂ ਸਭ ਤੋਂ ਉੱਚੀਆਂ ਤੇ ਸਨਮਾਨਯੋਗ ਸ਼ਖਸੀਅਤਾਂ ਨੂੰ ਵੀ ਇੱਕੋ ਮੁਲਾਕਾਤ ਵਿੱਚ ਹੀ ਆਪਣਾ ਬਣਾ ਲੈਂਦਾ ਸੀ। ਸੋ ਨਵਾਬ ਕਪੂਰ ਸਿੰਘ ਦੇ ਵਾਰ-ਵਾਰ ਬੇਨਤੀ ਕਰਨ ਤੇ ਭਾਗ ਸਿੰਘ ਮਨਾ ਨਹੀਂ ਕਰ ਪਾਏ ਤੇ ਉਹਨਾਂ ਨੇ 12-13 ਸਾਲ ਦੇ ਜੱਸਾ ਸਿੰਘ ਨੂੰ ਉਹਨਾਂ ਨਾਲ ਖਾਲਸੇ ਦੇ ਕੈਂਪ ਵਿੱਚ ਭੇਜ ਦਿੱਤਾ। ਜੱਸਾ ਸਿੰਘ ਨੇ ਕੈਂਪ ਵਿੱਚ ਰਹਿ ਕੇ ਪੂਰੀ ਰੀਝ ਨਾਲ ਲੰਗਰ ਦੇ ਭਾਂਡਿਆਂ ਦੀ ਤੇ ਘੋੜਿਆਂ ਦੇ ਚਾਰੇ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਨਾਲ-ਨਾਲ ਕੈਂਪ ਵਿੱਚ ਰਹਿ ਕੇ ਉਹਨਾਂ ਨੇ ਸਿੱਖ ਮਾਰਸ਼ਲ ਆਰਟ ਤੇ ਸ਼ਸਤਰ ਵਿੱਦਿਆ ਦੀ ਸਿੱਖਿਆ ਵੀ ਲਈ।
ਆਪਾਂ ਜਿਹੜੀ ਥਾਂ ਤੇ ਰਹਿੰਦੇ ਹੋਈਏ ਕੁਦਰਤਨ ਉੱਥੋਂ ਦੀ ਭਾਸ਼ਾ ਦਾ ਅਸਰ ਸਾਡੇ ਤੇ ਹੋ ਹੀ ਜਾਂਦਾ ਹੈ ਕਿਉਂਕਿ ਜੱਸਾ ਸਿੰਘ ਦਿੱਲੀ ਵਿੱਚ ਰਹਿ ਕੇ ਆਏ ਸਨ। ਇਸ ਲਈ ਉਹ ਅਕਸਰ ਬੋਲਚਾਲ ਵਿੱਚ ਹਿੰਦੀ ਤੇ ਫਾਰਸੀ ਦੇ ਸ਼ਬਦਾਂ ਦੀ ਵਰਤੋਂ ਕਰਦੇ ਸਨ ਤੇ ਕਿਉਂਕਿ ਉਹ ਕੈਂਪ ਵਿੱਚ ਸਭ ਤੋਂ ਛੋਟੇ ਸਨ, ਸਿੰਘ ਉਹਨਾਂ ਨੂੰ ਹਮਕੋ ਸਿੰਘ ਤੁਮਕੋ ਸਿੰਘ ਕਹਿ ਕੇ ਮਖੌਲ ਕਰਦੇ ਸਨ। ਇਹਨਾਂ ਸਭ ਤੋਂ ਅੱਕ ਕੇ ਇੱਕ ਦਿਨ ਜੱਸਾ ਸਿੰਘ ਨੇ ਨਵਾਬ ਕਪੂਰ ਸਿੰਘ ਨੂੰ ਕਹਿ ਹੀ ਦਿੱਤਾ ਕਿ ਮੇਰੇ ਤੋਂ ਹੁਣ ਤੁਹਾਡੇ ਘੋੜਿਆਂ ਦੀ ਹੋਰ ਸੇਵਾ ਨਹੀਂ ਹੁੰਦੀ, ਤੁਹਾਡੇ ਨਾਲ ਦੇ ਸਿੰਘ ਤਾਂ ਮੈਨੂੰ ਹਮਕੋ ਤੁਮਕੋ ਸਿੰਘ ਕਹਿ ਕੇ ਚੜਾਉਂਦੇ ਹਨ। ਨਵਾਬ ਕਪੂਰ ਸਿੰਘ ਨੇ ਮੁਸਕਰਾਉਂਦਿਆਂ ਹੋਇਆਂ ਅੱਗੋਂ ਜਵਾਬ ਦਿੱਤਾ ਕਿ ਓਏ ਜੱਸਿਆ, ਇਹਨਾਂ ਗੁਰੂ ਕੇ ਲਾਲਾਂ ਦੀਆਂ ਗੱਲਾਂ ਦਾ ਬੁਰਾ ਨਹੀਂ ਮੰਨੀਦਾ। ਇਹਨਾਂ ਮੈਨੂੰ ਘੋੜਿਆਂ ਦੀ ਲਿੱਦ ਚੁੱਕਣ ਵਾਲੇ ਨੂੰ ਨਵਾਬ ਬਣਾ ਦਿੱਤਾ ਤੇ ਤੂੰ ਤਾਂ ਫਿਰ ਘੋੜਿਆਂ ਦੇ ਚਾਰੇ ਪੱਠੇ ਦੀ ਸੇਵਾ ਕਰਦਾ ਹੈ। ਹੋ ਸਕਦਾ ਤੈਨੂੰ ਕਿਸੇ ਦਿਨ ਸੁਲਤਾਨ ਹੀ ਬਣਾ ਦੇਣ। ਤੇ ਨਵਾਬ ਕਪੂਰ ਸਿੰਘ ਦੇ ਮੂੰਹੋਂ ਸਹਿ-ਸੁਭਾਅ ਨਿਕਲੇ ਇਹ ਬੋਲ ਕੁਝ ਸਾਲਾਂ ਬਾਅਦ ਸੱਚਮੁੱਚ ਹਕੀਕਤ ਵਿੱਚ ਬਦਲ ਗਏ। ਇੱਕ ਇੰਟਰਸਟਿੰਗ ਫੈਕਟ ਤੁਹਾਡੇ ਨਾਲ ਹੋਰ ਸਾਂਝਾ ਕਰਾਂ ਤਾਂ ਪ੍ਰਾਚੀਨ ਪੰਥ ਪ੍ਰਕਾਸ਼ ਗ੍ਰੰਥ ਤੇ ਡਾਕਟਰ ਹਰਜਿੰਦਰ ਸਿੰਘ ਦਲਗੀਰ ਦੀ ਲਿਖੀ ਬੁੱਕ ਸਿੱਖ ਇਤਿਹਾਸ ਤੇ ਘੱਲੂਘਾਰੇ ਅਨੁਸਾਰ ਸਰਦਾਰ ਜੱਸਾ ਸਿੰਘ ਅੱਲੂਵਾਲੀਆ ਇੰਨੀ ਉੱਚੀ ਕੱਦ-ਕਾਠੀ ਤੇ ਤਗੜੇ ਜੁੱਸੇ ਦੇ ਮਾਲਕ ਸਨ ਕਿ ਜਿਹੜੇ ਘੋੜੇ ਤੇ ਉਹ ਚੱਲਦੇ ਸਨ ਹਰ 3-4 ਮਹੀਨੇ ਬਾਅਦ ਉਹ ਘੋੜਾ ਬਦਲਣਾ ਪੈਂਦਾ ਸੀ। ਇੰਨੇ ਬਲਵਾਨ ਯੋਧੇ ਸਨ ਸਰਦਾਰ ਜੱਸਾ ਸਿੰਘ ਅੱਲੂਵਾਲੀਆ। ਤੇ ਆਓ ਹੁਣ ਗੱਲ ਕਰੀਏ ਸਿੱਖ ਇਤਿਹਾਸ ਦੇ ਸਭ ਤੋਂ ਖੂਨੀ ਦਿਨ ਯਾਨੀ ਕਿ ਵੱਡੇ ਘੱਲੂਘਾਰੇ ਦੀ, ਜਦੋਂ ਅਬਦਾਲੀ ਦੀ ਫੌਜ ਨੇ ਇੱਕੋ ਦਿਨ ਵਿੱਚ ਸਿੱਖਾਂ ਦੀ ਅੱਧੀ ਕੌਮ ਨੂੰ ਖਤਮ ਕਰ ਦਿੱਤਾ ਸੀ। ਉਂਝ ਤਾਂ ਸਿੱਖ ਕਾਫੀ ਪਹਿਲਾਂ ਤੋਂ ਹੀ ਵਿਦੇਸ਼ੀ ਹਮਲਾਵਰਾਂ ਨੂੰ ਹੌਲਾ ਕਰਕੇ ਵਾਪਸ ਭੇਜਦੇ ਰਹੇ ਸਨ, ਪਰ ਅਬਦਾਲੀ ਨਾਲ ਸਿੱਖਾਂ ਦਾ ਪਹਿਲਾ ਟਾਕਰਾ ਉਦੋਂ ਹੋਇਆ ਜਦੋਂ ਮਰਹੱਟਿਆਂ ਨੂੰ ਪਾਣੀਪਤ ਦੇ ਮੈਦਾਨ ਵਿੱਚ ਰੋਲਣ ਤੋਂ ਬਾਅਦ ਅਬਦਾਲੀ ਉੱਥੋਂ ਗੱਡਿਆਂ ਦੇ ਗੱਡੇ ਹੀਰੇ, ਸੋਨਾ ਚਾਂਦੀ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਹਿੰਦੁਸਤਾਨੀ ਔਰਤਾਂ ਨੂੰ ਅਗਵਾ ਕਰਕੇ ਕਾਬੁਲ ਲਿਜਾ ਰਿਹਾ ਸੀ। ਹੁਣ ਮਰਹੱਟਿਆਂ ਦਾ ਤਾਂ ਉਹਨੇ ਇੰਨੀ ਬੁਰੀ ਤਰ੍ਹਾਂ ਲੱਕ ਤੋੜਿਆ ਸੀ ਕਿ ਉਹ ਦੁਬਾਰਾ ਉੱਠ ਨਹੀਂ ਸਕਦੇ ਸੀ। ਸੋ ਮਰਹੱਟੇ ਆਗੂਆਂ ਦਾ ਇੱਕ ਜੱਥਾ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਸਰਦਾਰ ਜੱਸਾ ਸਿੰਘ ਅੱਲੂਵਾਲੀਆ ਨੂੰ ਉਹਨਾਂ ਦੀ ਇੱਜ਼ਤ ਬਚਾਉਣ ਲਈ ਅਪੀਲ ਕਰਦਾ ਹੈ। ਸਰਦਾਰ ਸਾਹਿਬ ਮਿਸਲਾਂ ਦੇ ਸਰਦਾਰਾਂ ਨਾਲ ਸਲਾਹ ਕਰਕੇ ਮਦਦ ਕਰਨ ਦੀ ਹਾਮੀ ਭਰ ਦਿੰਦੇ ਹਨ ਤੇ ਫਿਰ ਛਾਪੇਮਾਰ ਜੰਗਾਂ ਰਾਹੀਂ 2200 ਤੋਂ ਵੱਧ ਲੜਕੀਆਂ ਨੂੰ ਆਜ਼ਾਦ ਕਰਾ ਕੇ ਮਹਾਰਾਸ਼ਟਰ ਤੱਕ ਜਾ ਕੇ ਉਹਨਾਂ ਦੇ ਘਰੋਂ ਘਰੀ ਛੱਡ ਕੇ ਆਉਂਦੇ ਹਨ। ਤੇ ਜਿਹੜੇ ਅੱਜ ਆਕੜ ਕੇ ਕਹਿੰਦੇ ਹਨ ਕਿ ਇੱਕ ਰਾਸ਼ਟਰ ਹਿੰਦੂ ਰਾਸ਼ਟਰ ਹਮਾਰਾ ਦੇਸ਼, ਇਹ ਉਦੋਂ ਆਪਣੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚਾਉਣ ਲਈ ਸਿੱਖਾਂ ਅੱਗੇ ਹੱਥ ਜੋੜਦੇ ਸਨ। ਇਹਨਾਂ ਕਰਕੇ ਸਿੱਖਾਂ ਦਾ ਅਬਦਾਲੀ ਨਾਲ ਵੈਰ ਪਿਆ ਸੀ। ਇਸ ਤੋਂ ਪਹਿਲਾਂ ਅਬਦਾਲੀ ਦਾ ਸਿੱਖਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਇਸ ਹਮਲੇ ਤੋਂ ਬਾਅਦ ਅਬਦਾਲੀ ਅਗਲੇ ਹਮਲੇ ਵਿੱਚ ਸਿੱਖਾਂ ਨੂੰ ਜੜ ਤੋਂ ਖਤਮ ਕਰਨ ਦਾ ਮਨ ਬਣਾ ਕੇ ਦੰਦ ਪੀਂਦਾ ਹੋਇਆ ਖਾਲੀ ਹੱਥ ਵਾਪਸ ਮੁੜ ਗਿਆ ਸੀ। ਪਰ ਅੱਗੇ ਗੱਲ ਕਰਨ ਤੋਂ ਪਹਿਲਾਂ ਇਹ ਜਾਣ ਲਈਏ ਕਿ ਅਬਦਾਲੀ ਸੀ ਕੌਣ। ਇਸ ਵਿਦੇਸ਼ੀ ਹਮਲਾਵਰ ਦਾ ਪੂਰਾ ਨਾਮ ਸੀ ਅਹਿਮਦ ਸ਼ਾਹ ਦੁਰਾਨੀ। ਇਸਲਾਮ ਦੀ ਇੱਕ ਮਾਨਤਾ ਹੈ ਕਿ ਸੰਸਾਰ ਵਿੱਚ ਹਰ ਸਮੇਂ ਉਹਨਾਂ ਦੇ ਧਰਮ ਨੂੰ ਉੱਚਾ ਚੁੱਕਣ ਵਾਲੇ 40 ਧਾਰਮਿਕ ਆਗੂ ਕਿਤੇ ਨਾ ਕਿਤੇ ਮੌਜੂਦ ਹੁੰਦੇ ਹਨ। ਇਹਨਾਂ ਆਗੂਆਂ ਨੂੰ ਅਬਦਾਲ ਕਿਹਾ ਜਾਂਦਾ ਹੈ। ਇਸੇ ਲਈ ਫਿਰ ਇਸ ਅਹਿਮਦ ਸ਼ਾਹ ਨੇ ਆਮ ਜਨਤਾ ਦਾ ਸਮਰਥਨ ਪਾਉਣ ਲਈ ਆਪਣੇ ਆਪ ਨੂੰ ਅਬਦਾਲ ਘੋਸ਼ਿਤ ਕਰ ਦਿੱਤਾ ਸੀ ਤੇ ਅਗਲੀ ਵਾਰ ਇਸ ਨੇ ਬਦਲਾ ਲੈਣ ਲਈ ਸਿੱਖਾਂ ਤੇ ਜਿਹੜਾ ਅਚਾਨਕ ਹਮਲਾ ਕੀਤਾ ਉਹਨੂੰ ਆਪਾਂ ਵੱਡੇ ਘੱਲੂਘਾਰੇ ਦੇ ਰੂਪ ਵਿੱਚ ਯਾਦ ਕਰਦੇ ਹਾਂ। ਉਹ ਦਿਨ ਅੱਜ ਤੱਕ ਦੇ ਸਿੱਖ ਇਤਿਹਾਸ ਦਾ ਸਭ ਤੋਂ ਖੂਨੀ ਦਿਨ ਮੰਨਿਆ ਜਾਂਦਾ ਹੈ ਜਦੋਂ ਅੱਧੀ ਕੌਮ ਨੂੰ ਇੱਕੋ ਦਿਨ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ। ਸਰਦਾਰ ਜੱਸਾ ਸਿੰਘ ਅੱਲੂਵਾਲੀਆ ਦੀ ਅਗਵਾਈ ਵਿੱਚ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ, ਸਰਦਾਰ ਸੁੱਖਾ ਸਿੰਘ ਮਾੜੀ ਕੰਮੋਕੀ, ਸਰਦਾਰ ਕਰਮ ਸਿੰਘ ਜੀ, ਸਰਦਾਰ ਜੱਸਾ ਸਿੰਘ ਰਾਮਗੜੀਆ ਤੇ ਹਰੀ ਸਿੰਘ ਭੰਗੀ ਨੇ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ। ਪਰ ਸਿੱਖਾਂ ਦਾ ਇੰਨਾ ਵੱਧ ਨੁਕਸਾਨ ਇਸ ਲਈ ਹੋਇਆ ਕਿਉਂਕਿ ਅਚਾਨਕ ਹੋਏ ਇਸ ਹਮਲੇ ਵਿੱਚ ਲੜਨ ਵਾਲੇ ਯੋਧੇ ਬਹੁਤ ਘੱਟ ਸਨ ਤੇ ਸਿੱਖਾਂ ਦੇ ਪਰਿਵਾਰ ਯਾਨੀ ਕਿ ਬੱਚੇ, ਬੀਬੀਆਂ ਤੇ ਬਜ਼ੁਰਗਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਵੱਡੇ ਘੱਲੂਘਾਰੇ ਤੇ 2 ਸਪੈਸ਼ਲ ਵੀਡੀਓਜ਼ ਆਲਰੇਡੀ ਇਸ ਚੈਨਲ ਤੇ ਅਪਲੋਡ ਕੀਤੇ ਹੋਏ ਹਨ। ਇਸ ਵੀਡੀਓ ਦੇ ਐਂਡ ਵਿੱਚ ਤੁਹਾਨੂੰ ਉਹਨਾਂ ਦੇ ਲਿੰਕ ਮਿਲ ਜਾਣਗੇ, ਉਹਨਾਂ ਵੀਡੀਓਜ਼ ਨੂੰ ਤੁਸੀਂ ਜ਼ਰੂਰ ਦੇਖਿਓ। ਪਰ ਇੱਕ ਵਾਕਾ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰੂੰਗਾ। ਉਸ ਸਮੇਂ ਜੰਗਾਂ ਜਰਨੈਲਾਂ ਦੇ ਸਿਰਾਂ ਤੇ ਹੀ ਲੜੀਆਂ ਜਾਂਦੀਆਂ ਸੀ। ਸਰਦਾਰ ਜੱਸਾ ਸਿੰਘ ਅੱਲੂਵਾਲੀਆ ਦੇ ਅੰਗ ਰੱਖਕ ਦਾ ਨਾਮ ਸੀ ਸਰਦਾਰ ਗੁਰਮੁਖ ਸਿੰਘ। ਜਦ ਉਹਨਾਂ ਜੱਸਾ ਸਿੰਘ ਨੂੰ ਜੰਗੇ ਮੈਦਾਨ ਵਿੱਚ ਚਾਰੇ ਪਾਸਿਓਂ ਘਿਰਿਆ ਵੇਖਿਆ ਤਾਂ ਸੋਚਿਆ ਕਿ ਜੇ ਸਾਡੇ ਜਰਨੈਲ ਨੂੰ ਕੁਝ ਹੋ ਗਿਆ ਤਾਂ ਬਾਕੀ ਫੌਜ ਦੇ ਵੀ ਪੈਰ ਉਖੜ ਜਾਣਗੇ। ਇਸ ਲਈ ਗੁਰਮੁਖ ਸਿੰਘ ਘੋੜਾ ਭਜਾ ਕੇ ਕੋਲ ਗਏ ਤੇ ਸ਼ਮਸ਼ੀਰ ਦੀ ਮਿਆਨ ਦੀ ਚੋਟ ਮਾਰ ਕੇ ਘੋੜੇ ਨੂੰ ਘੇਰੇ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਨ ਲੱਗੇ। ਪਰ ਸਰਦਾਰ ਜੱਸਾ ਸਿੰਘ ਨੇ ਹੱਥ ਖੜਾ ਕਰਕੇ ਰੁਕਣ ਦਾ ਇਸ਼ਾਰਾ ਕਰ ਦਿੱਤਾ। ਕਹਿਣ ਲੱਗਿਆ ਕਿ ਮੈਂ ਇਸ ਤਰ੍ਹਾਂ ਘੋੜਾ ਭਜਾ ਕੇ ਇਸ ਘੇਰੇ ਚੋਂ ਬਾਹਰ ਨਹੀਂ ਜਾਊਂਗਾ। ਤਦ ਉਹਨਾਂ ਨੇ ਜੋ ਬੋਲ ਕਹੇ ਉਹਨਾਂ ਨੂੰ ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ ਗ੍ਰੰਥ ਵਿੱਚ ਬੜੇ ਸੋਹਣੇ ਤਰੀਕੇ ਨਾਲ ਲਿਖਿਆ ਹੈ। ਸਿੰਘ ਸੁਨੇ ਹਮਕੋ ਕਰੇ ਠੱਠਾ, ਘੋੜਾ ਭਜਾ ਜੱਸਾ ਸਿੰਘ ਨੱਠਾ, ਪੰਥ ਹਮਕੋ ਬਾਦਸ਼ਾਹ ਬਣਾਇਓ, ਤੁਮ ਚਾਹਤ ਗਿੱਦੀ ਅਖਵਾਇਓ, ਕਿਆ ਮੁਖ ਲਾਏ ਬੈਠੇ ਦੀਵਾਨ, ਸਿੱਖ ਕਰੇ ਮਸ਼ਕਰੀ ਆਨ। ਇਹਨਾਂ ਬੋਲਾਂ ਦੇ ਅਰਥ ਹੈ ਕਿ ਸਿੱਖ ਉਦੋਂ ਹੱਸਣਗੇ ਜਦੋਂ ਉਹਨਾਂ ਨੂੰ ਪਤਾ ਲੱਗੂਗਾ ਕਿ ਜੱਸਾ ਸਿੰਘ ਰਣ ਤੱਤੇ ਚੋਂ ਘੋੜਾ ਕੱਢ ਕੇ ਭੱਜ ਗਿਆ ਸੀ। ਪੰਥ ਨੇ ਮੈਨੂੰ ਬਾਦਸ਼ਾਹਤ ਨਾਲ ਨਵਾਜਿਆ ਹੈ ਤੇ ਤੁਸੀਂ ਚਾਹੁੰਦੇ ਹੋ ਕਿ ਮੈਂ ਇੱਥੋਂ ਗਿੱਦੜਾ ਵਾਂਗੂ ਭੱਜ ਜਾਵਾਂ। ਕੱਲ ਨੂੰ ਮੈਂ ਦੀਵਾਨ ਵਿੱਚ ਕੀ ਮੂੰਹ ਲੈ ਕੇ ਜਾਊਂਗਾ। ਸਿੱਖ ਮੈਨੂੰ ਮਜ਼ਾਕ ਨਾ ਕਰਨਗੇ ਕਿ ਇਹਨੂੰ ਤੁਸੀਂ ਆਪਣਾ ਆਗੂ ਬਣਾਇਆ ਹੈ ਜਿਹੜਾ ਰਣ ਤੱਤੇ ਚੋਂ ਪਿੱਠ ਦਿਖਾ ਕੇ ਭੱਜ ਗਿਆ ਸੀ।
ਸਰਦਾਰ ਜੱਸਾ ਸਿੰਘ ਅੱਲੂਵਾਲੀਆ ਦੇ ਜੀਵਨ ਦੀਆਂ ਕੁਝ ਹੋਰ ਵੱਡੀਆਂ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਉਸ ਸਮੇਂ ਸਿੱਖਾਂ ਦੇ ਕੁੱਲ 65 ਦੇ ਕਰੀਬ ਦਲ ਸਨ, ਜੋ ਹੌਲੀ-ਹੌਲੀ ਟੁੱਟਦਿਆਂ 1748 ਤੱਕ 400 ਤੋਂ ਵੀ ਵੱਧ ਹੋ ਗਏ ਸਨ। ਸਰਦਾਰ ਸਾਹਿਬ ਨੇ ਇਹਨਾਂ ਨੂੰ ਇੱਕ ਵਾਰ ਫੇਰ ਰੀਯੂਨਿਟ ਕਰਕੇ 12 ਦਲ ਸਾਜੇ ਤੇ ਆਪ ਉਹਨਾਂ ਦੇ ਕਮਾਂਡਰ ਇਨ ਚੀਫ ਦਾ ਅਹੁਦਾ ਸੰਭਿਆ। ਇਹੀ 12 ਦਲ ਅੱਗੇ ਚੱਲ ਕੇ 12 ਮਿਸਲਾਂ ਬਣੀਆਂ। ਇਤਿਹਾਸ 'ਚੋਂ ਸਿਰਫ ਚੰਗੀਆਂ ਗੱਲਾਂ ਦੱਸ ਦੇਣੀਆਂ ਤੇ ਪੂਰੀ ਤਸਵੀਰ ਨੂੰ ਲੁਕੋ ਕੇ ਰੱਖਣਾ ਇਹ ਬੇਈਮਾਨ ਬੰਦੇ ਦਾ ਕੰਮ ਹੁੰਦਾ ਹੈ। ਸੋ ਮੈਂ ਸੱਚਾ ਤੇ ਸਹੀ ਇਤਿਹਾਸ ਹੀ ਤੁਹਾਡੇ ਨਾਲ ਸ਼ੇਅਰ ਕਰੂੰਗਾ। ਇਹ ਸਿੱਖ ਮਿਸਲਾਂ ਆਪਸ ਵਿੱਚ ਲੜਦੀਆਂ ਬਹੁਤ ਸਨ। ਮਹਾਰਾਜਾ ਰਣਜੀਤ ਸਿੰਘ ਦੇ ਸਹੁਰਾ ਸਾਹਿਬ ਸਰਦਾਰ ਗੁਰਬਖਸ਼ ਸਿੰਘ ਜੀ ਦੀ ਮੌਤ ਵੀ ਮਿਸਲਾਂ ਦੀ ਆਪਸੀ ਲੜਾਈ ਵਿੱਚ ਹੀ ਹੋਈ ਸੀ। ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸਰਦਾਰ ਮਾਹ ਸਿੰਘ ਦੀ ਮੌਤ ਵੀ ਮਿਸਲਾਂ ਦੀ ਲੜਾਈ ਦੌਰਾਨ ਹੀ ਬੰਦੂਕ ਦੀ ਨਲੀ ਫਟਣ ਕਰਕੇ ਹੋਈ ਸੀ। ਪਰ ਇੱਕ ਖਾਸੀਅਤ ਜ਼ਰੂਰ ਸੀ, ਜਦੋਂ ਬਾਹਰੋਂ ਕੋਈ ਹਮਲਾਵਰ ਚੜ੍ਹ ਕੇ ਆਉਂਦਾ ਸੀ ਜਾਂ ਕੌਮ ਤੇ ਕੋਈ ਵਿਪਦਾ ਪੈਂਦੀ ਸੀ ਤਾਂ ਮਿਸਲਾਂ ਦੇ ਸਰਦਾਰ ਇੱਕ ਨਾਰਾ ਦਿੰਦੇ ਸਨ ਕਿ ਮਿਸਲ ਵੰਡ ਹੁਣ ਕਦੇ ਨਾ ਪਾਓ, ਰਲ ਮਿਲ ਖੜ ਤੁਰ ਪੰਥ ਬਚਾਓ। ਉਦੋਂ ਸਾਰੇ ਸਰਦਾਰ ਆਪਸੀ ਮਤਭੇਦ ਭੁੱਲ ਕੇ ਬਾਹਰੀ ਦੁਸ਼ਮਣ ਨਾਲ ਟਾਕਰਾ ਲੈਂਦੇ ਸਨ। ਮਿਸਲਾਂ ਦੀ ਆਪਸੀ ਲੜਾਈ ਵਿੱਚ ਸਿੱਖਾਂ ਦਾ ਬਹੁਤ ਨੁਕਸਾਨ ਹੋਇਆ, ਪਰ ਇਹ ਨੁਕਸਾਨ ਕਈ ਗੁਣਾ ਹੋਰ ਵੱਧ ਸਕਦਾ ਸੀ, ਜੋ ਕਿ ਸਰਦਾਰ ਜੱਸਾ ਸਿੰਘ ਅੱਲੂਵਾਲੀਆ ਦੀ ਸਮਝਦਾਰੀ ਕਰਕੇ ਟਲ ਗਿਆ। ਇਹਨਾਂ ਮਿਸਲਾਂ ਦੇ ਸਰਦਾਰਾਂ ਵਿੱਚ ਸਿਰਫ ਸਰਦਾਰ ਜੱਸਾ ਸਿੰਘ ਅੱਲੂਵਾਲੀਆ ਹੀ ਪੜ੍ਹੇ ਲਿਖੇ ਸਨ, ਕਿਉਂਕਿ ਜੰਗਲਾਂ 'ਚ ਰਹਿੰਦਿਆਂ ਪੱਤੇ ਖਾ ਕੇ ਜਿਉਂਦਿਆਂ ਉਹਨਾਂ ਨੂੰ ਪੜ੍ਹਨ ਦਾ ਕਦੀ ਮੌਕਾ ਹੀ ਨਹੀਂ ਮਿਲਿਆ ਸੀ। ਸੋ ਸਰਦਾਰ ਜੱਸਾ ਸਿੰਘ ਅੱਲੂਵਾਲੀਆ ਨੇ ਮਿਸਲਾਂ ਦੇ ਜਿੱਤੇ ਹੋਏ ਇਲਾਕਿਆਂ ਦਾ ਹਿਸਾਬ ਕਿਤਾਬ ਰੱਖਣਾ ਸ਼ੁਰੂ ਕਰ ਦਿੱਤਾ। ਜਦੋਂ ਵੀ ਮਿਸਲਾਂ ਦਾ ਆਪਸ ਵਿੱਚ ਕੋਈ ਸਰਹੱਦੀ ਮਸਲਾ ਹੁੰਦਾ ਤਾਂ ਉਹ ਜੱਸਾ ਸਿੰਘ ਅੱਲੂਵਾਲੀਆ ਨੂੰ ਮਿਲ ਕੇ ਬਈਆਂ ਫਰੋਲਦੇ ਤੇ ਆਪਣਾ ਮਸਲਾ ਸੁਲਝਾ ਲੈਂਦੇ। ਅਦਰਵਾਈਜ਼ ਇਹਨਾਂ ਸਰਹੱਦੀ ਮਸਲਿਆਂ ਕਰਕੇ ਨਿਤ ਮਿਸਲਾਂ ਨੇ ਆਪਸ ਵਿੱਚ ਲੜਦੇ ਰਹਿਣਾ ਸੀ, ਜਿਨ੍ਹਾਂ ਕਰਕੇ ਸੈਂਕੜੇ ਸਿੱਖ ਹੋਰ ਸ਼ਹੀਦ ਹੋਣੇ ਸੀ। ਸਰਦਾਰ ਜੱਸਾ ਸਿੰਘ ਅੱਲੂਵਾਲੀਆ ਦਾ ਮੇਨ ਫੋਕਸ ਹਮੇਸ਼ਾ ਪੰਥ ਵਿੱਚ ਸ਼ਾਂਤੀ ਤੇ ਭਾਈਚਾਰਾ ਬਣਾ ਕੇ ਰੱਖਣ ਦਾ ਸੀ। 12 ਚੋਂ 11 ਮਿਸਲਾਂ ਕਦੀ ਵੀ ਅਬਦਾਲੀ ਦੇ ਅੱਗੇ ਨਹੀਂ ਝੁਕੀਆਂ ਸੀ। ਸਿਰਫ ਇੱਕ ਪਟਿਆਲਾ ਰਿਆਸਤ ਦੇ ਸਰਦਾਰ ਆਲਾ ਸਿੰਘ ਨੇ ਅਬਦਾਲੀ ਦੀ ਅਧੀਨਗੀ ਮੰਨੀ ਸੀ। ਬਾਕੀ ਸਾਰੀਆਂ ਮਿਸਲਾਂ ਦੇ ਨਾਰਾਜ਼ ਸਰਦਾਰ ਪਟਿਆਲੇ ਤੇ ਹਮਲਾ ਕਰਨ ਤੇ ਆਲਾ ਸਿੰਘ ਨੂੰ ਪੰਥ ਚੋਂ ਕੱਢਣ ਤੇ ਜ਼ੋਰ ਦੇ ਰਹੇ ਸਨ। ਪਰ ਸਰਦਾਰ ਸਾਹਿਬ ਨੇ ਉਹਨਾਂ ਨੂੰ ਰੋਕ ਕੇ ਰੱਖਿਆ ਤੇ ਸਮਝਾਇਆ ਕਿ ਆਲਾ ਸਿੰਘ ਦੀ ਕੋਈ ਮਜਬੂਰੀ ਸੀ, ਕਿਉਂਕਿ ਅਬਦਾਲੀ ਦਾ ਹੈੱਡਕੁਆਟਰ ਸਰਹੰਦ ਹੁੰਦਾ ਸੀ ਤੇ ਉੱਥੋਂ ਬੜੀ ਆਸਾਨੀ ਨਾਲ ਪਟਿਆਲੇ ਤੇ ਹਮਲਾ ਕਰਕੇ ਉਸ ਨੂੰ ਜਿੱਤਿਆ ਜਾ ਸਕਦਾ ਸੀ। ਸੋ ਉਹਨਾਂ ਸਿਰਫ ਪੰਥ ਵੱਲੋਂ ਜੁਰਮਾਨਾ ਲਾਉਣ ਤੱਕ ਹੀ ਗੱਲ ਨੂੰ ਸੀਮਿਤ ਰੱਖਿਆ ਤੇ ਪੰਥ ਨੂੰ ਟੁੱਟਣ ਤੋਂ ਬਚਾ ਲਿਆ। ਉਹਨਾਂ ਸਮਿਆਂ 'ਚ ਸਿੱਖਾਂ ਦਾ ਕਿਰਦਾਰ ਇਸ ਕਦਰ ਉੱਚਾ ਸੀ ਕਿ ਖੁਦ ਦੁਸ਼ਮਣ ਵੀ ਸਾਡੀ ਤਾਰੀਫ ਕੀਤੇ ਬਿਨਾਂ ਨਹੀਂ ਰਹਿ ਸਕਿਆ। ਜਦੋਂ ਅਬਦਾਲੀ ਸਿੱਖਾਂ ਨੂੰ ਖਤਮ ਕਰਨ ਦਾ ਪਲਾਨ ਬਣਾ ਰਿਹਾ ਸੀ ਤਾਂ ਉਸਦੇ ਜਵਾਈ ਨੇ ਕਲਾਦ ਸ਼ਹਿਰ ਦੇ ਇੱਕ ਮਸਜਿਦ 'ਚ ਪੜਾਉਣ ਵਾਲੇ ਕਾਜੀ ਨੂਰ ਮੁਹੰਮਦ ਨੂੰ ਕਿਹਾ ਕਿ ਕਾਜੀ ਸਾਹਿਬ, ਅਸੀਂ ਇਸ ਵਾਰ ਉਸ ਕਾਫਿਰ ਕੌਮ ਨੂੰ ਖਤਮ ਕਰਨ ਜਾ ਰਹੇ ਹਾਂ ਜਿਸ ਨੇ ਪਿਛਲੀ ਵਾਰ ਸਾਡਾ ਸਾਰਾ ਲੁੱਟ ਦਾ ਮਾਲ ਖੋਹ ਲਿਆ ਸੀ। ਤੁਸੀਂ ਸਾਡੇ ਨਾਲ ਚੱਲਿਓ ਤੇ ਇਤਿਹਾਸ ਲਿਖਿਓ ਕਿ ਕਿਵੇਂ ਅਸੀਂ ਉਸ ਘੋੜਿਆਂ ਦੀਆਂ ਕਾਠੀਆਂ ਤੇ ਰਹਿਣ ਵਾਲੀ ਕੌਮ ਨੂੰ ਖਤਮ ਕਰਦੇ ਹਾਂ। ਤੇ ਕਾਜੀ ਨੂਰ ਮੁਹੰਮਦ ਨੇ ਸਾਰੇ ਵਾਕਿਏ ਨੂੰ ਜੰਗਨਾਮਾ ਨਾਮ ਦੀ ਕਿਤਾਬ ਵਿੱਚ ਦਰਜ ਕੀਤਾ ਹੈ। ਉਹ ਫਾਰਸੀ ਦੀ ਇਸ ਸਾਰੀ ਰਚਨਾ ਵਿੱਚ ਸਿੱਖਾਂ ਨੂੰ ਕੁੱਤੇ, ਕਲੰਕੀ ਤੇ ਕਾਲੇ ਮੂੰਹ ਵਾਲੇ ਕਹਿ ਕੇ ਭੰਡਦਾ ਰਹਿੰਦਾ ਹੈ। ਪਰ ਜੰਗਨਾਮੇ ਦਾ ਜੋ ਆਖਰੀ ਚੈਪਟਰ ਹੈ ਤਾਰੀਫੇ ਸਗਾ, ਉਹ ਪੜਨ ਵਾਲਾ ਹੈ। ਸਗ ਫਾਰਸੀ 'ਚ ਕਿਹਾ ਜਾਂਦਾ ਹੈ ਕੁੱਤੇ ਨੂੰ, ਯਾਨੀ ਕਿ ਕੁੱਤਿਆਂ ਦੀ ਤਾਰੀਫ। ਇਸ ਚੈਪਟਰ ਵਿੱਚ ਉਸਨੇ 52 ਸ਼ੇਰ ਲਿਖੇ ਹਨ। ਉਹਨਾਂ ਵਿੱਚ ਕਾਜੀ ਨੂਰ ਮੁਹੰਮਦ ਲਿਖਦਾ ਹੈ, ਸਗਾਰਾ ਮਗੋ ਸਾਕੇ ਹਸਤਾਂ ਦਾ ਸ਼ੇਰ, ਬਮਾਦਾ ਨੇ ਮਰਦਾਂ ਜੋ ਸ਼ੇਰਾਂ ਦਲੇਰ। ਕਹਿੰਦਾ ਮੈਂ ਕੀ ਕਰਾਂ, ਮੈਨੂੰ ਕਿੱਤਾ ਹੀ ਇਹਨਾਂ ਕੁੱਤਿਆਂ ਦੀ ਨਿੰਦਾ ਕਰਨ ਦਾ ਦਿੱਤਾ ਗਿਆ ਹੈ, ਪਰ ਮੈਂ ਹੁਣ ਹੋਰ ਝੂਠ ਨਹੀਂ ਬੋਲ ਸਕਦਾ। ਅਸਲ 'ਚ ਇਹਨਾਂ ਨੂੰ ਕੁੱਤੇ ਨਾ ਕਹੋ, ਇਹ ਸਿੱਖ ਤਾਂ ਸ਼ੇਰਾਂ ਤੋਂ ਵੀ ਕਿਤੇ ਵੱਧ ਦਲੇਰ ਹਨ। ਜਦੋਂ ਇਹ ਕਮਾਨ 'ਚੋਂ ਤੀਰ ਖਿੱਚਦੇ ਹਨ ਤਾਂ ਦੁਸ਼ਮਣ ਉਦੋਂ ਹੀ ਮਹਿਸੂਸ ਕਰ ਲੈਂਦਾ ਹੈ ਕਿ ਮੇਰੇ ਤੇ ਕੱਫਣ ਪੈ ਗਿਆ ਹੈ। ਜਦੋਂ ਬਰਛਾ ਚੁੱਕਦੇ ਨੇ ਤਾਂ ਐਵੇਂ ਲੱਗਦਾ ਹੈ ਕਿ ਜਿਵੇਂ ਪਹਾੜ ਵੀ ਕੰਬਣ ਲੱਗ ਪਏ ਹਨ। ਪਰ ਕਿਰਦਾਰ ਦੇ ਇੰਨੇ ਉੱਚੇ ਹਨ ਕਿ ਨਾ ਤਾਂ ਦੁਸ਼ਮਣ ਦੀ ਧੀ ਭੈਣ ਦੀ ਇੱਜ਼ਤ ਨਾਲ ਖਿਲਵਾੜ ਕਰਦੇ ਹਨ ਤੇ ਨਾ ਹੀ ਦੁਸ਼ਮਣ ਦੇ ਧਰਮ ਦੀ ਬੇਅਦਬੀ ਕਰਦੇ ਹਨ। ਤੇ ਜੇ ਤੁਹਾਨੂੰ ਮੇਰੀ ਗੱਲ ਤੇ ਯਕੀਨ ਨਹੀਂ ਆਉਂਦਾ ਤਾਂ ਕਲਾਦ ਸ਼ਹਿਰ ਦਾ 30,000 ਪਠਾਨ ਹੁਣੇ 2500 ਸਿੱਖਾਂ ਤੋਂ ਕੁੱਟ ਖਾ ਕੇ ਆਇਆ ਹੈ। ਭਾਵੇਂ ਉਹਨਾਂ ਦੀ ਗਵਾਹੀ ਲੈ ਲਓ, ਤੁਹਾਨੂੰ ਸੱਚ ਪਤਾ ਲੱਗ ਜਾਊਗਾ। ਸਰਦਾਰ ਜੱਸਾ ਸਿੰਘ ਅੱਲੂਵਾਲੀਆ ਤੇ ਮਿਸਲਾਂ ਦੇ ਸਰਦਾਰਾਂ ਦੀ ਬਹਾਦਰੀ ਦੇ ਕਿੱਸੇ ਇੱਥੇ ਹੀ ਖਤਮ ਨਹੀਂ ਹੁੰਦੇ। ਉਹ ਵਾਕਾ ਕਦੀ ਵੀ ਸਕੂਲਾਂ ਵਿੱਚ ਨਹੀਂ ਪੜਾਇਆ ਜਾਂਦਾ ਜਦੋਂ ਸਿੱਖ ਦਿੱਲੀ ਜਿੱਤ ਕੇ ਹਿੰਦੁਸਤਾਨ ਦੇ ਬਾਦਸ਼ਾਹ ਦਾ ਤਖਤ ਪੁੱਟ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਲੈ ਆਏ ਸਨ। ਉਹ ਦਿਨ ਆਪਾਂ ਕਿਵੇਂ ਭੁੱਲ ਸਕਦੇ ਹਾਂ ਜਦੋਂ ਛੋਟੇ ਘੱਲੂ ਘਾਰੇ ਦੌਰਾਨ ਇੱਕੋ ਦਿਨ ਵਿੱਚ 15,000 ਤੋਂ ਵੱਧ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਸੀ ਤੇ ਫਿਰ ਸਿੱਖਾਂ ਨੇ ਵਾਪਸ ਉੱਠ ਖੜੇ ਹੋ ਕੇ ਉਸ ਜ਼ਾਲਮ ਤੋਂ ਬਦਲਾ ਵੀ ਲਿਆ ਸੀ। ਇਸ ਸਾਰੇ ਇਤਿਹਾਸ ਤੇ ਡਿਟੇਲ ਵਿੱਚ ਕੱਲਾ ਵੀਡੀਓ ਆਲਰੇਡੀ ਇਸ ਚੈਨਲ ਤੇ ਅਪਲੋਡ ਹੋ ਚੁੱਕਿਆ ਹੈ। ਆਪਣੇ ਧਰਮ ਦਾ ਮਾਣਮੱਤਾ ਇਤਿਹਾਸ ਜਾਣਨ ਲਈ ਡਿਸਕ੍ਰਿਪਸ਼ਨ 'ਚ ਦਿੱਤੇ ਲਿੰਕ ਤੇ ਜਾ ਕੇ ਇਹਨਾਂ ਵੀਡੀਓਜ਼ ਨੂੰ ਜ਼ਰੂਰ ਦੇਖਿਓ। 18ਵੀਂ ਸਦੀ ਵਿੱਚ ਅਹਿਮਦ ਸ਼ਾਹ ਅਬਦਾਲੀ ਉਹ ਨਾਮ ਸੀ ਜਿਹਦੇ ਸਾਹਮਣੇ ਏਸ਼ੀਆ 'ਚ ਕੋਈ ਸਿਰ ਚੱਕਣ ਦੀ ਹਿੰਮਤ ਨਹੀਂ ਸੀ ਕਰ ਸਕਦਾ। ਤੇ ਜੇ ਮਰਹਟਿਆਂ ਵਾਂਗ ਕੋਈ ਇਹ ਗਲਤੀ ਕਰਦਾ ਸੀ ਤਾਂ ਉਹ ਜੰਗ ਦੇ ਮੈਦਾਨ ਵਿੱਚ ਇੰਨੀ ਬੁਰੀ ਤਰ੍ਹਾਂ ਰੁੱਲਿਆ ਜਾਂਦਾ ਸੀ ਕਿ ਕਈ ਪੀੜ੍ਹੀਆਂ ਤੱਕ ਉਸ ਕੌਮ ਨੂੰ ਆਪਣਾ ਵਜੂਦ ਬਣਾਏ ਰੱਖਣ ਲਈ ਜੂਝਣਾ ਪੈਂਦਾ ਸੀ।
ਪਰ ਹੁਣ ਗੱਲ ਕਰਦੇ ਹਾਂ ਇੱਕ ਇਹੋ ਜਿਹੀ ਜੰਗ ਦੀ ਜੋ ਇਤਿਹਾਸ ਵਿੱਚ ਇੱਕੋ ਇੱਕ ਮਿਸਾਲ ਹੈ, ਜਦੋਂ ਅਬਦਾਲੀ ਨੂੰ ਦੁਸ਼ਮਣ ਦੇ ਡਰ ਤੋਂ ਜੰਗੇ ਮੈਦਾਨ ਛੱਡ ਕੇ ਭੱਜਣਾ ਪੈ ਗਿਆ ਸੀ। ਜਿਵੇਂ ਕਿ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਵੱਡੇ ਘੱਲੂਘਾਰੇ ਦੌਰਾਨ ਇੱਕੋ ਦਿਨ ਵਿੱਚ ਹੀ ਅੱਧੀ ਸਿੱਖ ਕੌਮ ਨੂੰ ਕਤਲ ਕਰ ਦਿੱਤਾ ਗਿਆ ਸੀ। ਅਬਦਾਲੀ ਨੇ ਸੋਚਿਆ ਸੀ ਕਿ ਘੱਟੋ ਘੱਟ ਮੇਰੇ ਜਿਉਂਦੇ ਜੀ ਤਾਂ ਸਿੱਖ ਦੁਬਾਰਾ ਨਹੀਂ ਉੱਠ ਸਕਣਗੇ, ਪਰ ਫਿਰ ਵੀ ਉਸਨੇ ਵਾਪਸ ਲਾਹੌਰ ਜਾਂਦਿਆਂ ਹੋਰ ਪੱਕਾ ਇੰਤਜ਼ਾਮ ਕਰਨ ਲਈ ਜਿੱਥੋਂ ਸਿੱਖ ਤਾਕਤ ਲੈਂਦੇ ਹਨ ਉਸ ਸੋਮੇ ਨੂੰ ਯਾਨੀ ਕਿ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਵੀ ਤੋਪਾਂ ਦੇ ਬਰੂਦ ਨਾਲ ਢਹਿ ਢੇਰੀ ਕਰ ਦਿੱਤਾ। ਫਰਵਰੀ ਦੇ ਮਹੀਨੇ ਵਿੱਚ ਵੱਡਾ ਘੱਲੂਘਾਰਾ ਵਾਪਰਿਆ ਸੀ। ਅਪ੍ਰੈਲ ਦੇ ਮਹੀਨੇ ਵਿੱਚ ਉਸਨੇ ਦਰਬਾਰ ਸਾਹਿਬ ਨੂੰ ਢਾਇਆ ਸੀ ਤੇ ਅਕਤੂਬਰ ਵਿੱਚ ਦੀਵਾਲੀ ਆ ਗਈ। ਅਬਦਾਲੀ ਉਦੋਂ ਲਾਹੌਰ ਹੀ ਸੀ। ਉਸਨੇ ਸੋਚਿਆ ਕਿ ਇਸ ਵਾਰ ਦੀਵਾਲੀ ਤੇ ਕੋਈ ਨਹੀਂ ਆਊਗਾ, ਕਿਉਂਕਿ ਆਪਣੀ ਮਤ ਵਿੱਚ ਤਾਂ ਉਸਨੇ ਸਾਰੇ ਸਿੱਖ ਖਤਮ ਕਰਤੇ ਸੀ। ਦਰਬਾਰ ਸਾਹਿਬ ਢਾ ਕੇ ਸਰੋਵਰ ਨੂੰ ਪੂਰ ਦਿੱਤਾ ਸੀ, ਪਰ ਉਸ ਸਾਲ ਦੀਵਾਲੀ ਤੇ ਦਰਬਾਰ ਸਾਹਿਬ ਅੱਜ ਤੱਕ ਦਾ ਸਭ ਤੋਂ ਵੱਡਾ ਇਕੱਠ ਹੋਇਆ ਸੀ। 60,000 ਤੋਂ ਵੀ ਵੱਧ ਸਿੱਖ ਦੀਵਾਲੀ ਮਨਾਉਣ ਉਸ ਸਾਲ ਦਰਬਾਰ ਸਾਹਿਬ ਪਹੁੰਚੇ ਸਨ। ਇਹਦਾ ਮਤਲਬ ਕਿ ਦਰਬਾਰ ਸਾਹਿਬ ਤੇ ਹੋਏ ਹਮਲੇ ਨੇ ਸਿੱਖਾਂ ਨੂੰ ਇਸ ਕਦਰ ਇਕਜੁੱਟ ਕਰਤਾ ਸੀ ਕਿ ਕੌਮ ਦਾ ਕੋਈ ਵੀ ਸਰੀਰ ਜਿਹੜਾ ਨਕਾਰਾ ਨਹੀਂ ਸੀ ਤੁਰ ਸਕਦਾ ਸੀ, ਉਸ ਦਿਨ ਉਹ ਘਰ ਵਿੱਚ ਨਹੀਂ ਰਿਹਾ। ਜਦ ਇਸ ਗੱਲ ਦਾ ਪਤਾ ਅਬਦਾਲੀ ਨੂੰ ਲੱਗਿਆ ਤਾਂ ਉਸ ਦਾ ਦਿਮਾਗ ਗੁੱਸੇ ਨਾਲ ਫਟਣ ਵਾਲਾ ਹੋ ਗਿਆ। ਉਸਨੇ ਇੱਕ ਵਾਰ ਫੇਰ ਹਮਲਾ ਕਰਨ ਦਾ ਮਨ ਬਣਾਇਆ, ਪਰ ਫਿਰ ਕਿਤੇ ਨਾ ਕਿਤੇ ਉਸ ਦਾ ਮਨ ਡਾਵਾਂਡੋਲ ਹੋ ਗਿਆ ਕਿ ਮੈਂ ਇੰਨਾ ਕੁਝ ਕਰਕੇ ਵੇਖ ਲਿਆ ਤਾਂ ਵੀ ਇਹ ਕੌਮ ਦੁਬਾਰਾ ਖੜੀ ਹੋ ਜਾਂਦੀ ਹੈ। ਇਸ ਲਈ ਫਿਰ ਉਸਨੇ ਪਟਿਆਲਾ ਰਿਆਸਤ ਦੇ ਸਰਦਾਰ ਆਲਾ ਸਿੰਘ ਨੂੰ ਸਮਝੌਤਾ ਕਰਨ ਲਈ ਭੇਜਿਆ। ਉਸ ਦਿਨ ਦਰਬਾਰ ਸਾਹਿਬ ਵਿੱਚ ਸਰਦਾਰ ਜੱਸਾ ਸਿੰਘ ਅੱਲੂਵਾਲੀਆ ਤੇ ਮਿਸਲਾਂ ਦੇ ਸਾਰੇ ਸਰਦਾਰ ਇਕੱਠੇ ਹੋਏ ਸਨ। ਉਹਨਾਂ ਸਮਝੌਤੇ ਦੀ ਚਿੱਠੀ ਪਾੜ ਦਿੱਤੀ ਤੇ ਚਿੱਠੀ ਦੇ ਨਾਲ ਆਏ ਤੋਹਫਿਆਂ ਨੂੰ ਵਾਪਸ ਭੇਜ ਦਿੱਤਾ ਤੇ ਨਾਲ ਹੀ ਸੁਨੇਹਾ ਭੇਜਿਆ ਕਿ ਮਲਬੇ ਤੇ ਖੜ ਕੇ ਸਮਝੌਤੇ ਨਹੀਂ ਹੁੰਦੇ। ਤੂੰ ਕਹਿਣਾ ਹੈ ਮੁਲਾਕਾਤ ਹੋਵੇ, ਮੁਲਾਕਾਤ ਹੋਊਗੀ ਪਰ ਜੰਗੇ ਮੈਦਾਨ ਦੇ ਵਿੱਚ, ਤੇ ਗੱਲਬਾਤ ਹੋਊਗੀ ਉਹ ਵੀ ਤਲਵਾਰਾਂ ਨਾਲ। ਅਬਦਾਲੀ ਬਹੁਤ ਜ਼ਿਆਦਾ ਹੈਰਾਨ ਹੋ ਗਿਆ ਕਿ ਇਹ ਕਿਵੇਂ ਦੀ ਸਪਿਰਿਟ ਹੈ, ਇਹ ਕੌਮ ਮੌਤ ਤੋਂ ਜਮਾਂ ਨਹੀਂ ਡਰਦੀ। ਆਪਣੀ ਇਸ ਬੇਇੱਜ਼ਤੀ ਦਾ ਪਰਦਾ ਕੱਢਣ ਲਈ ਉਸਨੇ ਹਮਲੇ ਦਾ ਹੁਕਮ ਤਾਂ ਦੇ ਦਿੱਤਾ, ਪਰ ਅਸਲ ਵਿੱਚ ਉਹ ਅੰਦਰੋਂ ਟੁੱਟ ਚੁੱਕਿਆ ਸੀ। ਜਦੋਂ ਉਸਨੇ ਵੱਡੇ ਘੱਲੂਘਾਰੇ ਦੌਰਾਨ ਹਮਲਾ ਕੀਤਾ ਸੀ ਤਾਂ ਸਾਰੀ ਅਰਟਿਲਰੀ ਤੇ ਤੋਪਾਂ ਲੈ ਕੇ 2 ਦਰਿਆ ਪਾਰ ਕਰਕੇ ਉਹ ਕਾਬੁਲ ਤੋਂ 72 ਘੰਟਿਆਂ ਵਿੱਚ ਹੀ ਮਲੇਰਕੋਟਲੇ ਪਹੁੰਚ ਗਿਆ ਸੀ। ਸਿੱਖਾਂ ਦਾ ਨੁਕਸਾਨ ਵੀ ਤਾਂ ਹੀ ਇੰਨਾ ਜ਼ਿਆਦਾ ਹੋਇਆ ਕਿਉਂਕਿ ਕਿਸੇ ਨੇ ਸੋਚਿਆ ਹੀ ਨਹੀਂ ਸੀ ਕਿ ਅਬਦਾਲੀ ਇੰਨੀ ਛੇਤੀ ਪਹੁੰਚ ਜਾਊਗਾ। ਪਰ ਇਸ ਵਾਰ ਉਸੇ ਅਬਦਾਲੀ ਨੂੰ ਲਾਹੌਰ ਤੋਂ ਅੰਮ੍ਰਿਤਸਰ ਪਹੁੰਚਣ ਲਈ 36 ਘੰਟੇ ਲੱਗ ਗਏ, ਜਿਹੜਾ ਮਸਾਂ 5 ਘੰਟਿਆਂ ਦਾ ਰਾਹ ਸੀ। ਸਰਦਾਰ ਜੱਸਾ ਸਿੰਘ ਅੱਲੂਵਾਲੀਏ ਦੀ ਅਗਵਾਈ ਵਿੱਚ ਸਿੱਖਾਂ ਨੇ ਅਫਗਾਨਾਂ ਦੇ ਛੱਕੇ ਛੁਡਾ ਦਿੱਤੇ। ਸਾਰਾ ਦਿਨ ਵੱਡੇ ਪੱਧਰ ਤੇ ਕੱਟ-ਵੱਢ ਹੋਈ ਤੇ ਸ਼ਾਮ ਤੱਕ ਅਬਦਾਲੀ ਦਾ ਕਾਫੀ ਨੁਕਸਾਨ ਹੋ ਗਿਆ। ਤੇ ਜਿਵੇਂ ਕਿ ਉਸ ਸਮੇਂ ਜੰਗਾਂ ਦਾ ਦਸਤੂਰ ਸੀ, ਰਾਤ ਨੂੰ ਲੜਾਈ ਨਹੀਂ ਸੀ ਲੜੀ ਜਾਂਦੀ। ਦਿਨ ਛਿਪਿਆ ਤੇ ਦੋਵੇਂ ਫੌਜਾਂ ਆਪਣੇ ਆਪਣੇ ਟਿਕਾਣਿਆਂ ਵੱਲ ਮੁੜ ਗਈਆਂ। ਰਾਤ ਬੀਤ ਗਈ ਤੇ ਅਗਲੇ ਦਿਨ ਜਦੋਂ ਸਿੰਘ ਜੰਗੇ ਮੈਦਾਨ ਵਿੱਚ ਪਹੁੰਚੇ ਤਾਂ ਕੀ ਵੇਖਦੇ ਹਨ ਕਿ ਅਬਦਾਲੀ ਦੀ ਫੌਜ ਦਾ ਤਾਂ ਕੋਈ ਅਤਾ ਪਤਾ ਹੀ ਨਹੀਂ ਹੈ। ਅਬਦਾਲੀ ਚੁੱਪਚਾਪ ਰਾਤ ਦੇ ਹਨੇਰੇ ਵਿੱਚ ਆਪਣਾ ਲਾਮ ਲਸ਼ਕਰ ਸਮੇਟ ਕੇ ਪੁੱਠੇ ਪੈਰੀ ਵਾਪਸ ਮੁੜ ਗਿਆ ਸੀ। ਇਹ ਅਬਦਾਲੀ ਦੇ ਜੀਵਨ ਦੀ ਪਹਿਲੀ ਸ਼ਿਕਸਤ ਸੀ। ਇਸ ਜੰਗ 'ਚ ਧੂੜ ਚੱਟਣ ਤੋਂ ਬਾਅਦ ਅਬਦਾਲੀ ਨੇ ਸਿੱਖਾਂ ਨਾਲ ਦੁਬਾਰਾ ਕਦੀ ਪੰਗਾ ਲੈਣ ਦੀ ਹਿੰਮਤ ਨਹੀਂ ਵਿਖਾਈ। ਇਸ ਜੰਗ ਤੋਂ ਬਾਅਦ ਸਰਦਾਰ ਜੱਸਾ ਸਿੰਘ ਅੱਲੂਵਾਲੀਆ ਦੀ ਦੇਖ-ਰੇਖ ਹੇਠ ਸ਼੍ਰੀ ਦਰਬਾਰ ਸਾਹਿਬ ਦੀ ਇਮਾਰਤ ਦੀ ਦੁਬਾਰਾ ਉਸਾਰੀ ਕਰਵਾਈ ਗਈ ਤੇ ਅੱਜ ਆਪਾਂ ਦਰਬਾਰ ਸਾਹਿਬ ਦੀ ਜਿਹੜੀ ਇਮਾਰਤ ਦੇ ਦਰਸ਼ਨ ਕਰਦੇ ਹਾਂ ਉਸ ਦੀ ਉਸਾਰੀ ਦੀ ਸੇਵਾ ਸਰਦਾਰ ਜੱਸਾ ਸਿੰਘ ਅੱਲੂਵਾਲੀਆ ਨੇ ਹੀ ਕਰਵਾਈ ਸੀ ਤੇ ਬਾਅਦ ਵਿੱਚ ਗੁਰੂ ਪਾਤਸ਼ਾਹ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਇਸ ਤੇ ਸੋਨਾ ਲਾਉਣ ਦੀ ਸੇਵਾ ਲਈ। ਸੋ ਇਹ ਸੀ ਸਾਡੇ ਸੁਲਤਾਨ ਉਲ ਕੌਮ ਸਰਦਾਰ ਜੱਸਾ ਸਿੰਘ ਅੱਲੂਵਾਲੀਆ ਦਾ ਮਾਨਯੋਗ ਇਤਿਹਾਸ। ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ ਕਰਕੇ ਇਸ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਡੇਲੀ ਦੇ ਸਿੱਖ ਇਤਿਹਾਸ ਨਾਲ ਜੁੜੀ ਜਾਣਕਾਰੀ ਲਈ ਤੁਸੀਂ ਸਾਨੂੰ ਇੰਸਟਾਗ੍ਰam ਤੇ ਫੋਲੋ ਵੀ ਕਰ ਸਕਦੇ ਹੋ। ਕਮੈਂਟ ਕਰਕੇ ਦੱਸਿਓ ਕਿ ਤੁਸੀਂ ਅਗਲਾ ਵੀਡੀਓ ਕਿਸ ਟੌਪਿਕ ਤੇ ਦੇਖਣਾ ਚਾਹੁੰਦੇ ਹੋ ਤੇ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ। ਵਾਹਿਗੁਰੂ।